ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੈਂ ਹਾਂ ਬਰਨ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਐਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਬਾਈਡਨ ਪ੍ਰਸ਼ਾਸਨ ਦੁਆਰਾ ਘੱਟੋ-ਘੱਟ 1,60,000 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਵਿੱਚ ਕੀਤਾ ਗਿਆ ਰਿਹਾ। ਟੈਕਸਾਸ ਬਾਰਡਰ ਪੈਟਰੋਲ ਏਜੰਟਾਂ ਨੇ 24 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੀਤਾ ਗਿਰਫਤਾਰ। ਟੋਰਾਂਟੋ ਦਿੱਲੀ ਵਿਚਾਲੇ 15 ਅਕਤੂਬਰ ਤੋਂ ਗੇੜੇ ਵਧਾਏਗੀ ਏਅਰ ਕੈਨੇਡਾ। ਦਿੱਲੀ ਤੇ ਮੌਂਟਰੀਅਲ ਵਿਚਾਲੇ ਨਾਨ ਸਟਾਪ ਉਡਾਣਾਂ 31 ਅਕਤੂਬਰ ਤੋਂ। ਅਫਗਾਨਿਸਤਾਨ ਦੀ ਮਦਦ ਕਰੇਗਾ ਅਮਰੀਕਾ। ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ ਤੋਂ ਕੀਤਾ ਇਨਕਾਰ। ਅਫਗਾਨਿਸਤਾਨ ਕਾਰਨ ਪਾਕਿਸਤਾਨ ਤੇ ਅਮਰੀਕਾ ਦੇ ਰਿਸ਼ਤਿਆਂ ਵਿੱਚ ਦੂਰੀ ਨਹੀਂ। ਅਮਰੀਕੀ ਚੋਣ ਵਿੱਚ ਪੱਖਪਾਤ ਤੋਂ ਬਾਈਡਨ ਨਾਰਾਜ਼। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਮਾਰਚ ਤੋਂ ਬਾਈਡਨ ਪ੍ਰਸ਼ਾਸਨ ਦੁਆਰਾ ਘੱਟੋ-ਘੱਟ 1,60,000 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਵਿੱਚ ਰਿਹਾ ਕੀਤਾ ਗਿਆ ਹੈ, ਜਿਨ੍ਹਾਂ ਦੀ ਅਕਸਰ ਨਿਗਰਾਨੀ ਨਹੀਂ ਕੀਤੀ ਜਾਂਦੀ। ਅਗਸਤ ਤੋਂ 30,000 ਤੋਂ ਵੱਧ ਵਰਕ ਪਰਮਿਟ ਲਈ ਯੋਗ ਬਣਾਉਣ ਲਈ ਸੀਮਤ ਪੈਰੋਲ ਅਧਿਕਾਰੀਆਂ ਦੀ ਵਿਆਪਕ ਵਰਤੋਂ ਸਮੇਤ ਬਾਰਡਰ ਪੈਟਰੋਲਿੰਗ ਫੋਕਸ ਦਸਤਾਵੇਜ਼ ਇਸ ਬਾਰੇ ਅਸ਼ੰਕ ਸਨੈਪਸ਼ਾਟ ਦਿੰਦੇ ਹੋਏ ਕਿ ਕਿਵੇਂ ਬਾਈਡਨ ਪ੍ਰਸ਼ਾਸਨ ਅਮਰੀਕਾ ਵਿੱਚ ਵੱਡੀ ਗਿਣਤੀ ਵਿੱਚ ਪ੍ਰਵਾਸੀਆਂ ਨੂੰ ਰਿਹਾ ਕਰ ਰਿਹਾ ਹੈ। 20 ਮਾਰਚ ਤੋਂ ਘੱਟੋ-ਘੱਟ 94,570 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਨੋਟਿਸ ਟੂ ਰਿਪੋਰਟ ਦੇ ਨਾਲ ਅਮਰੀਕਾ ਵਿੱਚ ਰਿਹਾ ਕੀਤਾ ਗਿਆ। ਜਿਨ੍ਹਾਂ ਲੋਕਾਂ ਨੂੰ ਅਜਿਹਾ ਨੋਟਿਸ ਪ੍ਰਾਪਤ ਹੁੰਦਾ ਹੈ, ਉਹਨਾਂ ਨੂੰ ਸਿਰਫ ਆਪਣੀ ICE ਦਫ਼ਤਰ ਨਾਲ ਸੰਪਰਕ ਕਰਨ ਦੀ ਜ਼ਰੂਰਤ ਹੁੰਦੀ ਹੈ ਜਦੋਂ ਉਹ ਆਪਣੀ ਅੰਤਿਮ ਮੰਜ਼ਿਲ ਤੇ ਪਹੁੰਚ ਜਾਂਦੇ ਹਨ, ਜੋ ਕਿ ਦੇਸ਼ ਭਰ ਵਿੱਚ ਕਿਤੇ ਵੀ ਹੋ ਸਕਦਾ ਹੈ। ਜਿਹੜੇ ਲੋਕ ਚੈੱਕ ਇਨ ਕਰਦੇ ਹਨ, ਉਹਨਾਂ ਨੂੰ ਇਮੀਗ੍ਰੇਸ਼ਨ ਕਾਰਵਾਈਆਂ ਦੇ ਅੱਗੇ ਵਧਣ ਦੇ ਕਾਰਨ ਦੇਸ਼ ਨਿਕਾਲਾ ਜਾਂ ਹਿਰਾਸਤ ਵਿੱਚ ਨਹੀਂ ਲਿਆ ਜਾਂਦਾ। ਇਸ ਦੌਰਾਨ 6 ਅਗਸਤ ਤੋਂ ਪ੍ਰਸ਼ਾਸਨ ਨੇ ਲਗਭਗ 32,000 ਪ੍ਰਵਾਸੀਆਂ ਨੂੰ ਪੈਰੋਲ ਰਾਹੀਂ ਅਮਰੀਕਾ ਵਿੱਚ ਰਿਹਾ ਕੀਤਾ, ਜੋ ਪ੍ਰਵਾਸੀਆਂ ਨੂੰ ਕਾਨੂੰਨੀ ਸਥਿਤੀ ਦਾ ਇੱਕ ਰੂਪ ਅਤੇ ਵਰਕ ਪਰਮਿਟ ਲਈ ਅਰਜ਼ੀ ਦੇਣ ਦੀ ਯੋਗਤਾ ਪ੍ਰਦਾਨ ਕਰਦਾ ਹੈ। ਸੰਘੀ ਕਾਨੂੰਨ ਕਹਿੰਦਾ ਹੈ ਕਿ ਪੈਰੋਲ ਅਥਾਰਟੀ ਦੀ ਵਰਤੋਂ ਕੇਸ ਦਰ ਕੇਸ ਆਧਾਰ ਤੇ ਜ਼ਰੂਰੀ ਮਾਨਵਤਾਵਾਦੀ ਉਦੇਸ਼ਾਂ ਅਤੇ ਮਹੱਤਵਪੂਰਨ ਜਨਤਕ ਲਾਭਾਂ ਲਈ ਕੀਤੀ ਜਾਣੀ ਹੈ। ਆਮ ਤੌਰ ਤੇ ਸਿਰਫ ਕੁਝ ਮੱਠੀ ਪਰ ਪੈਰੋਲ ਕੇਸ ਹੀ ਅਧਿਕਾਰੀਆਂ ਦੁਆਰਾ ਦਿੱਤੇ ਜਾਂਦੇ ਨੇ, ਪਰ ਬਾਈਡਨ ਪ੍ਰਸ਼ਾਸਨ ਇਸ ਦੇ ਵਧੇਰੇ ਵਿਆਪਕ ਵਰਤੋਂ ਕਰ ਰਿਹਾ, ਜਿਸ ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਆਪਰੇਸ਼ਨ ਅਲਾਈਜ਼ ਵੈਲਕਮ ਦੇ ਹਿੱਸੇ ਵਜੋਂ ਹਜ਼ਾਰਾਂ ਅਫਗਾਨਾਂ ਦੀ ਪੈਰੋਲ ਸ਼ਾਮਲ ਹੈ। ਅਧਿਕਾਰੀਆਂ ਨੇ ਉਹਨਾਂ ਅੰਕੜਿਆਂ ਦਾ ਵੀ ਹਵਾਲਾ ਦਿੱਤਾ ਜੋ ਦਰਸਾਉਂਦੇ ਨੇ ਕਿ 2014 ਅਤੇ 2020 ਦੇ ਵਿੱਚ ਅਮਰੀਕਾ ਵਿੱਚ ਜਾਰੀ ਕੀਤੇ ਗਏ 81% ਲੋਕਾਂ ਨੇ ਆਪਣੀ ਇਮੀਗ੍ਰੇਸ਼ਨ ਕਾਰਵਾਈਆਂ ਲਈ ਰਿਪੋਰਟ ਕੀਤੀ। ਏਜੰਸੀ ਨੇ ਸਤੰਬਰ ਲਈ ਆਪਣੇ ਨੰਬਰ ਜਾਰੀ ਨਹੀਂ ਕੀਤੇ, ਪਰ ਜੁਲਾਈ ਅਤੇ ਅਗਸਤ ਦੋਵਾਂ ਵਿੱਚ 2 ਲੱਖ ਤੋਂ ਵੱਧ ਪ੍ਰਵਾਸੀ ਮੁਲਾਕਾਤਾਂ ਹੋਈਆਂ, ਜੋ ਕਿ 2 ਦਹਾਕਿਆਂ ਵਿੱਚ ਸਭ ਤੋਂ ਉੱਚੀਆਂ ਸੰਖਿਆਵਾਂ ਵਿੱਚੋਂ ਇੱਕ ਹੈ। ਉਦੋਂ ਤੋਂ ਪ੍ਰਵਾਸੀ ਵੱਡੀ ਗਿਣਤੀ ਵਿੱਚ ਆਉਂਦੇ ਰਹੇ। ਦਸਤਾਵੇਜ਼ਾਂ ਦੇ ਅਨੁਸਾਰ ਰੀਓ ਗ੍ਰਾਂਡੇ ਵੈਲੀ ਨੂੰ ਇੱਕ ਹਫ਼ਤੇ ਵਿੱਚ 5,900 ਪ੍ਰਵਾਸੀਆਂ ਦਾ ਸਾਹਮਣਾ ਕਰਨਾ ਪਿਆ, ਜਦੋਂ ਕਿ ਡੇਲ ਰੀਓ ਨੇ ਉਸ ਸਮੇਂ ਵਿੱਚ 2,900 ਤੋਂ ਵੱਧ ਦਾ ਸਾਹਮਣਾ ਕੀਤਾ। ਰਿਪਬਲਿਕਨਜ਼ ਨੇ ਸਰਹੱਦ ਤੇ ਚੱਲ ਰਹੇ ਸੰਕਟ ਲਈ ਬਾਈਡਨ ਪ੍ਰਸ਼ਾਸਨ ਦੀ ਟਰੰਪ ਯੁੱਗ ਦੀ ਸਰਹੱਦ ਸੁਰੱਖਿਆ ਦੀ ਤੇਜ਼ੀ ਨਾਲ ਵਾਪਸੀ ਨੂੰ ਜ਼ਿੰਮੇਵਾਰ ਠਹਿਰਾਇਆ। ਹਾਲਾਂਕਿ ਪ੍ਰਸ਼ਾਸਨ ਨੇ ਮੱਧ ਅਮਰੀਕਾ ਵਿੱਚ ਗਰੀਬੀ, ਭ੍ਰਿਸ਼ਟਾਚਾਰ ਅਤੇ ਹਿੰਸਾ ਵਰਗੇ ਮੂਲ ਕਾਰਨਾਂ ਤੇ ਜ਼ੋਰ ਦਿੰਦੇ ਹੋਏ ਇੱਕ ਵਿਆਖਿਆ ਤੇ ਧਿਆਨ ਕੇਂਦਰਿਤ ਕੀਤਾ ਹੈ। ਅਮਰੀਕਾ ਦੇ ਟੈਕਸਾਸ ਬਾਰਡਰ ਤੇ ਪੈਟਰੋਲ ਏਜੰਟਾਂ ਨੇ 24 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ, ਜੋ ਕਿ ਗੈਰ ਕਾਨੂੰਨੀ ਤੌਰ ਤੇ ਸਰਹੱਦ ਪਾਰ ਕਰਨ ਤੋਂ ਬਾਅਦ ਇੱਕ ਟ੍ਰੇਨ ਰਾਹੀਂ ਅਮਰੀਕਾ 'ਚ ਅੱਗੇ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਮਾਮਲੇ ਵਿੱਚ ਕਾਰਪਸ ਕ੍ਰਿਸਟੀ ਬਾਰਡਰ ਪੈਟਰੋਲ ਸਟੇਸ਼ਨ ਦੇ ਏਜੰਟਾਂ ਨੂੰ ਸ਼ੁੱਕਰਵਾਰ ਦੁਪਹਿਰ ਨੂੰ ਰੌਬਸਟਾਊਨ ਦੇ ਨਜ਼ਦੀਕ ਰੇਲ ਪਟੜੀਆਂ ਦੇ ਕੋਲ 10 ਸ਼ੱਕੀ ਪ੍ਰਵਾਸੀਆਂ ਦੇ ਬਾਰੇ ਵਿੱਚ ਇੱਕ 911 ਕਾਲ ਪ੍ਰਾਪਤ ਹੋਈ। ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਅਨੁਸਾਰ ਬਾਰਡਰ ਪੈਟਰੋਲ ਏਜੰਟਾਂ ਨੇ ਨਿਊ ਸੇਸ ਕਾਉਂਟੀ ਸ਼ੈਰਿਫ ਅਤੇ ਰੌਬਸਟਾਊਨ ਪੁਲਿਸ ਵਿਭਾਗ ਦੇ ਨਾਲ ਕੰਮ ਕਰਦੇ ਹੋਏ ਤਕਰੀਬਨ 22 ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ। ਅਧਿਕਾਰੀਆਂ ਨੇ ਇਸ ਸਮੂਹ ਕੋਲ ਇੱਕ ਬੋਲਟ ਕਟਰਾਂ ਵਾਲਾ ਇੱਕ ਬੈਗ ਵੀ ਬਰਾਮਦ ਕੀਤਾ, ਜੋ ਕਿ ਸੰਭਾਵਿਤ ਤੌਰ ਤੇ ਟ੍ਰੇਨ ਤੱਕ ਪਹੁੰਚ ਪ੍ਰਾਪਤ ਕਰਨ ਲਈ ਗਿਆ ਸੀ। ਇਸ ਤੋਂ ਇਲਾਵਾ ਜਦੋਂ ਅਧਿਕਾਰੀਆਂ ਵੱਲੋਂ ਇਹਨਾਂ ਪ੍ਰਵਾਸੀਆਂ ਨੂੰ ਲਿਜਾਣ ਦੀ ਉਡੀਕ ਕੀਤੀ ਜਾ ਰਹੀ ਸੀ ਤਾਂ ਉਹਨਾਂ ਕੋਲ ਇੱਕ ਨੀਲਾ GMC ਯੂਕੋਨ ਪਾਸ ਵੇਖਿਆ, ਜਿਸ ਉਪਰੰਤ ਅਧਿਕਾਰੀਆਂ ਨੇ ਆਵਾਜਾਈ ਰੋਕ ਦਿੱਤੀ ਤੇ 2 ਹੋਰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜਿਆ। ਬਾਰਡਰ ਪੈਟਰੋਲਿੰਗ ਏਜੰਟਾਂ ਨੇ ਸਾਰੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਦੱਸਿਆ ਕਿ ਇਹ ਪ੍ਰਵਾਸੀ ਮੈਕਸੀਕੋ, ਗੁਆਟੇਮਾਲਾ ਤੇ ਅਲ ਸਲਵਾਡੋਰ ਦੇ ਨਾਗਰਿਕ ਸਨ।
ਕੈਨੇਡਾ ਵਸਦੇ ਪ੍ਰਵਾਸੀ ਭਾਰਤੀਆਂ ਵੱਲੋਂ ਕੀਤੀ ਜਾ ਰਹੀ ਜ਼ੋਰਦਾਰ ਮੰਗ ਨੂੰ ਵੇਖਦਿਆਂ ਏਅਰ ਕੈਨੇਡਾ ਨੇ 15 ਅਕਤੂਬਰ ਤੋਂ ਟੋਰਾਂਟੋ ਅਤੇ ਦਿੱਲੀ ਵਿਚਾਲੇ ਗੇੜੇ ਵਧਾਉਣ ਦਾ ਐਲਾਨ ਕੀਤਾ। ਟਰਾਂਸਪੋਰਟ ਕੈਨੇਡਾ ਤੋਂ ਹਰੀ ਝੰਡੀ ਮਿਲਣ ਮਗਰੋਂ ਏਅਰ ਕੈਨੇਡਾ 15 ਅਕਤੂਬਰ ਤੋਂ ਅਗਲੇ ਸਾਲ 26 ਮਾਰਚ ਤੱਕ ਹਰ ਹਫ਼ਤੇ 3 ਵਾਧੂ ਫਲਾਈਟਸ ਆਪਰੇਟ ਕਰੇਗੀ। 15 ਅਕਤੂਬਰ ਤੋਂ ਦਿੱਲੀ ਤੇ ਟੋਰਾਂਟੋ ਵਿਚਾਲੇ ਨਾਨ ਸਟਾਪ ਫਲਾਈਟਾਂ ਹਫ਼ਤੇ ਵਿੱਚ 7 ਵਾਰ ਦੀ ਥਾਂ ਹੁਣ 10 ਵਾਰ ਉਡਾਣਾਂ ਭਰਨਗੀਆਂ। ਟੋਰਾਂਟੋ ਦਿੱਲੀ ਦੇ ਗੇੜੇ ਹੀ ਨਹੀਂ ਵਧਾਏ ਜਾ ਰਹੇ, ਸਗੋਂ ਮੌਂਟਰੀਅਲ ਅਤੇ ਦਿੱਲੀ ਵਿਚਾਲੇ ਨਵੀਂ ਨਾਨ ਸਟਾਪ ਫਲਾਈਟ ਸ਼ੁਰੂ ਕਰਨ ਅਤੇ ਬੰਬਈ ਤੱਕ ਹਵਾਈ ਸੇਵਾ ਮੁੜ ਬਹਾਲ ਕੀਤੇ ਜਾਣ ਉੱਪਰ ਵੀ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ। ਏਅਰ ਕੈਨੇਡਾ 31 ਅਕਤੂਬਰ ਤੋਂ ਦਿੱਲੀ ਤੇ ਮੌਂਟਰੀਅਲ ਵਿਚਾਲੇ ਨਾਨ ਸਟਾਪ ਉਡਾਣਾਂ ਸ਼ੁਰੂ ਕਰਨ ਜਾ ਰਿਹਾ। ਇਹ ਸਿੱਧੀ ਫਲਾਈਟ ਹਫ਼ਤੇ ਵਿੱਚ 3 ਵਾਰ ਉਡਾਣ ਭਰੇਗੀ। ਇਸੇ ਦੌਰਾਨ 15 ਅਕਤੂਬਰ ਤੋਂ ਦਿੱਲੀ ਤੇ ਟੋਰਾਂਟੋ ਵਿਚਾਲੇ ਨਾਨ ਸਟਾਪ ਫਲਾਈਟਾਂ ਹਫ਼ਤੇ ਵਿੱਚ 7 ਵਾਰ ਦੀ ਥਾਂ ਹੁਣ 10 ਵਾਰ ਉਡਾਣ ਭਰਨਗੀਆਂ। ਏਅਰ ਕੈਨੇਡਾ ਅਨੁਸਾਰ ਦਿੱਲੀ ਮੌਂਟਰੀਅਲ ਫਲਾਈਟ ਮੰਗਲਵਾਰ, ਵੀਰਵਾਰ ਤੇ ਐਤਵਾਰ ਨੂੰ ਉਡਾਣ ਭਰੇਗੀ ਤੇ ਦਿੱਲੀ ਹਵਾਈ ਅੱਡੇ ਤੋਂ ਉਡਾਣ ਸਵੇਰੇ 1:55 ਤੇ ਰਵਾਨਾ ਹੋਏਗੀ। ਇਸੇ ਤਰ੍ਹਾਂ ਮੌਂਟਰੀਅਲ ਤੋਂ ਉਡਾਣ ਰਾਤ 8:10 ਤੇ ਰਵਾਨਾ ਹੋਏਗੀ। ਸ਼ਨੀਵਾਰ ਅਤੇ ਐਤਵਾਰ ਨੂੰ ਕਤਰ ਦੀ ਰਾਜਧਾਨੀ ਦੋਹਾ ਵਿੱਚ ਅਮਰੀਕਾ ਅਤੇ ਤਾਲਿਬਾਨ ਦੇ ਨੁਮਾਇੰਦਿਆਂ ਦਰਮਿਆਨ ਹੋਈ ਮੀਟਿੰਗ ਤੋਂ ਬਾਅਦ ਅਮਰੀਕੀ ਪ੍ਰਸ਼ਾਸਨ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ। ਅਮਰੀਕਾ ਨੇ ਸਪਸ਼ਟ ਰੂਪ ਤੋਂ ਸਪਸ਼ਟ ਕਰ ਦਿੱਤਾ ਹੈ ਕਿ ਉਹ ਅਫਗਾਨਿਸਤਾਨ ਦੇ ਉਹਨਾਂ ਲੋਕਾਂ ਦੀ ਮਦਦ ਲਈ ਤਿਆਰ ਹੈ ਜੋ ਮੁਸੀਬਤ ਵਿੱਚ ਨੇ, ਪਰ ਤਾਲਿਬਾਨ ਸਰਕਾਰ ਨੂੰ ਮਾਨਤਾ ਨਹੀਂ ਦੇਣਗੇ। ਅਮਰੀਕਾ ਦਾ ਕਹਿਣਾ ਹੈ ਕਿ ਤਾਲਿਬਾਨ ਦਾ ਨਿਰਣਾ ਉਹਨਾਂ ਦੇ ਬਿਆਨਾਂ ਦੀ ਬਜਾਏ ਉਹਨਾਂ ਦੇ ਕੰਮ ਦੇ ਆਧਾਰ ਤੇ ਕੀਤਾ ਜਾਏਗਾ। 10 ਅਗਸਤ ਨੂੰ ਅਮਰੀਕੀ ਫੌਜਾਂ ਦੇ ਅਫਗਾਨਿਸਤਾਨ ਛੱਡਣ ਤੋਂ ਬਾਅਦ ਤਾਲਿਬਾਨ ਅਤੇ ਅਮਰੀਕੀ ਪ੍ਰਤੀਨਿਧੀਆਂ ਵਿਚਕਾਰ ਇਹ ਪਹਿਲੀ ਆਮੋ-ਸਾਹਮਣੇ ਬੈਠਕ ਸੀ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੀਡ ਪ੍ਰਾਈਸ ਦੇ ਅਨੁਸਾਰ ਦੋਹਾਂ ਵਿੱਚ ਅਮਰੀਕਾ ਅਤੇ ਤਾਲਿਬਾਨ ਦੇ ਨੁਮਾਇੰਦਿਆਂ ਦਰਮਿਆਨ ਹੋਈ ਬੈਠਕ ਵਿੱਚ ਅੱਤਵਾਦ, ਵਿਦੇਸ਼ੀ ਨਾਗਰਿਕ ਅਤੇ ਔਰਤਾਂ ਦੀ ਸੁਰੱਖਿਆ ਸਮੇਤ ਰਾਸ਼ਟਰੀ ਹਿੱਤਾਂ ਦੇ ਮੁੱਦਿਆਂ ਤੇ ਚਰਚਾ ਹੋਈ। ਹਾਲਾਂਕਿ ਤਾਲਿਬਾਨ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਤਕੀ ਨੇ ਅਮਰੀਕਾ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਅਫਗਾਨਿਸਤਾਨ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਨਾ ਕਰੇ, ਇਹ ਕਿਸੇ ਲਈ ਵੀ ਚੰਗਾ ਨਹੀਂ ਹੋਏਗਾ। ਉਹਨਾਂ ਨੇ ਕਿਹਾ ਕਿ ਅਫਗਾਨਿਸਤਾਨ ਨਾਲ ਚੰਗੇ ਸੰਬੰਧ ਰੱਖਣਾ ਸਾਰਿਆਂ ਲਈ ਲਾਭਦਾਇਕ ਹੋਏਗਾ। ਵਿਦੇਸ਼ ਮੰਤਰੀ ਮੁਤਾਕੀ ਨੇ ਅਮਰੀਕਾ ਤੋਂ ਅਫਗਾਨਿਸਤਾਨ ਦੇ ਕੇਂਦਰੀ ਬੈਂਕ ਭੰਡਾਰਾਂ ਤੇ ਲੱਗੀ ਪਾਬੰਦੀ ਹਟਾਉਣ ਦੀ ਮੰਗ ਕੀਤੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਪਾਬੰਦੀ ਹਟਾਈ ਜਾਂਦੀ ਹੈ ਤਾਂ ਉਹ ਪੈਸਾ ਦੇਸ਼ ਦੇ ਵਿਕਾਸ ਲਈ ਵਰਤਿਆ ਜਾਏਗਾ। ਦੱਸ ਦੇਈਏ ਕਿ ਅਮਰੀਕਾ ਨੇ ਅਫਗਾਨਿਸਤਾਨ ਦੇ ਕੇਂਦਰੀ ਬੈਂਕ ਵਿੱਚ 9.5 ਬਿਲੀਅਨ ਡਾਲਰ ਤੋਂ ਵੱਧ ਦੀ ਸੰਪਤੀ ਜ਼ਬਤ ਕੀਤੀ ਹੈ। ਇਸ ਤੋਂ ਪਹਿਲੇ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੀਡ ਪ੍ਰਾਈਸ ਨੇ ਕਿਹਾ ਕਿ 105 ਅਮਰੀਕੀ ਨਾਗਰਿਕ ਅਤੇ 95 ਗ੍ਰੀਨ ਕਾਰਡ ਧਾਰਕ ਅਮਰੀਕਾ ਦੁਆਰਾ ਮੁਹੱਈਆ ਕਰਵਾਈਆਂ ਗਈਆਂ ਉਡਾਣਾਂ ਤੇ ਅਫਗਾਨਿਸਤਾਨ ਛੱਡੇ ਗਏ ਹਨ। ਹਾਲਾਂਕਿ ਦਰਜਨਾਂ ਅਮਰੀਕੀ ਨਾਗਰਿਕ ਅਤੇ ਬਹੁਤ ਸਾਰੇ ਅਫਗਾਨ ਸਹਾਇਕ ਅਜੇ ਵੀ ਅਫਗਾਨਿਸਤਾਨ ਵਿੱਚ ਫਸੇ ਹੋਏ ਨੇ ਅਤੇ ਛੱਡਣਾ ਚਾਹੁੰਦੇ ਨੇ। ਉਹਨਾਂ ਨੂੰ ਛੱਡਣ ਅਤੇ ਉਹਨਾਂ ਦੀ ਸੁਰੱਖਿਆ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਪਾਕਿਸਤਾਨ ਅਤੇ ਅਮਰੀਕਾ ਦੇ ਰਿਸ਼ਤਿਆਂ ਵਿੱਚ ਦੂਰੀ ਦਾ ਅਸਲੀ ਕਾਰਨ ਅਫਗਾਨਿਸਤਾਨ ਨਹੀਂ ਹੈ। ਪਾਕਿਸਤਾਨ ਵੱਲੋਂ ਜਾਰੀ ਇੱਕ ਤਾਜ਼ਾ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਹੋਈ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਵਿੱਚ ਪਾਕਿਸਤਾਨ ਵੱਲੋਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪੱਖ ਲਏ ਜਾਣ ਕਾਰਨ ਮੌਜੂਦਾ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦਾ ਮਨ ਖੱਟਾ ਹੋ ਗਿਆ। ਅਸਲ ਵਿੱਚ ਪਾਕਿਸਤਾਨ ਦੇ ਸਾਬਕਾ ਗ੍ਰਹਿ ਮੰਤਰੀ ਅਬਦੁਲ ਰਹਿਮਾਨ ਮਾਲਿਕ ਦੇ ਦੀ ਨਿਊਜ਼ ਇੰਟਰਨੈਸ਼ਨਲ ਨੂੰ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਚੋਣ ਦੌਰਾਨ ਇੱਕ ਪਾਕਿਸਤਾਨੀ ਸਨਅਤਕਾਰ ਨੇ ਪਾਕਿਸਤਾਨੀ ਦੂਤਘਰ ਦੀ ਵਰਤੋਂ ਟਰੰਪ ਦੇ ਚੋਣ ਦਫ਼ਤਰ ਵਜੋਂ ਕੀਤੀ ਸੀ। ਜਦੋਂ ਰਾਸ਼ਟਰਪਤੀ ਜੋ ਬਾਈਡਨ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਬਹੁਤ ਨਿਰਾਸ਼ ਹੋ ਗਏ। ਮਾਲਿਕ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸਲਾਹ ਦਿੱਤੀ ਸੀ ਕਿ ਉਹ ਇਸ ਮਾਮਲੇ ਵਿੱਚ ਆਪਣੀ ਸਥਿਤੀ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੂੰ ਸਪਸ਼ਟ ਕਰ ਦੇਣ। ਸਾਬਕਾ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕਿ ਹਾਲੇ ਤੱਕ ਦੋਵਾਂ ਦੇਸ਼ਾਂ ਵਿੱਚ ਬਰਫ਼ ਨਹੀਂ ਪਿਘਲੀ, ਨਹੀਂ ਤਾਂ ਬਾਈਡਨ ਨੇ ਇਮਰਾਨ ਨਾਲ ਹੁਣ ਤੱਕ ਗੱਲ ਕਰ ਲਈ ਹੋਣੀ ਸੀ। ਅਮਰੀਕਾ ਦੇ ਮੈਫਿਸ ਵਿੱਚ ਮੰਗਲਵਾਰ ਨੂੰ ਡਾਕ ਵਿਭਾਗ ਦੀ ਇੱਕ ਸਹੂਲਤ ਵਿੱਚ ਗੋਲੀਬਾਰੀ ਹੋਈ। ਇਸ ਗੋਲੀਬਾਰੀ ਬਾਰੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਯੂਐਸ ਪੋਸਟਲ ਸਰਵਿਸਿਜ਼ ਦੇ 2 ਕਰਮਚਾਰੀਆਂ ਦੀ ਮੈਫਿਸ ਡਾਕ ਸੁਬਿਧਾ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ। FBI ਮੈਫਿਸ ਅਨੁਸਾਰ ਇਸ ਗੋਲੀਬਾਰੀ ਨੂੰ ਅੰਜਾਮ ਦੇਣ ਵਾਲੇ ਸ਼ੱਕੀ ਹਮਲਾਵਰ USPS ਦਾ ਹੀ ਕਰਮਚਾਰੀ ਸੀ, ਜਿਸ ਦੀ ਮੌਤ ਵੀ ਖੁਦ ਦੁਆਰਾ ਗੋਲੀ ਲੱਗਣ ਕਾਰਨ ਹੋਈ। ਇਹ ਗੋਲੀਬਾਰੀ ਮੰਗਲਵਾਰ ਦੁਪਹਿਰ ਨੂੰ ਪੂਰਬੀ ਲਾਮਰ ਕੈਰੀਅਰ ਐਨੈਕਸ ਵਿਖੇ ਹੋਈ, ਜਿੱਥੇ ਕੋਈ ਰਿਟੇਲ ਗਾਹਕ ਨਹੀਂ ਸੀ। ਪੋਸਟਲ ਇੰਸਪੈਕਟਰ ਅਨੁਸਾਰ ਇਸ ਮਾਮਲੇ ਦੀ ਜਾਂਚ ਵਿੱਚ USPS ਦੁਆਰਾ FBI ਤੇ ਮੈਂਫਿਸ ਪੁਲਿਸ ਵਿਭਾਗ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ USPS ਮਾਰੇ ਗਏ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਸਹਿਕਰਮੀਆਂ ਦੇ ਨਾਲ ਦੁੱਖ ਪ੍ਰਗਟ ਕੀਤਾ।
ਕੈਲੀਫੋਰਨੀਆ ਦੀ ਟੁਲੇਰੀ ਕਾਉਂਟੀ ਦੀ ਇੱਕ ਜੇਲ੍ਹ ਵਿੱਚ 31 ਕੈਦੀਆਂ ਦਾ ਕਰੋਨਾ ਟੈਸਟ ਪੋਜ਼ਿਟਿਵ ਆਇਆ। ਕਾਉਂਟੀ ਦੇ ਸ਼ੈਰਿਫ ਦਫ਼ਤਰ ਦੇ ਅਨੁਸਾਰ ਕਾਉਂਟੀ ਦੇ 31 ਕੈਦੀ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਏ ਹਨ। ਇਸ ਸੰਬੰਧੀ ਡਿਪਟੀ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ 8 ਅਕਤੂਬਰ ਨੂੰ ਬੌਬ ਬਿਲੀ ਡਿਟੈਂਸ਼ਨ ਸੈਂਟਰ ਦੇ ਇੱਕ ਕੈਦੀ ਨੇ ਵਾਈਸਾਲੀਆ ਸੁਪੀਰੀਅਰ ਕੋਰਟ ਵਿੱਚ ਪੇਸ਼ੀ ਤੋਂ ਵਾਪਸ ਆਉਣ ਤੋਂ ਬਾਅਦ ਬਿਮਾਰ ਹੋਣ ਦੀ ਸ਼ਿਕਾਇਤ ਕੀਤੀ। ਇਸ ਵਿਅਕਤੀ ਨੂੰ ਪੂਰੀ ਤਰ੍ਹਾਂ ਕਰੋਨਾ ਟੀਕਾ ਲਗਾਇਆ ਗਿਆ ਸੀ ਅਤੇ ਇਸ ਦੇ ਜੇਲ੍ਹ ਅਤੇ ਅਦਾਲਤ ਵਿੱਚ ਪੇਸ਼ ਹੋਣ ਦੌਰਾਨ ਕਰੋਨਾ ਦੇ ਸੁਰੱਖਿਆ ਦੇ ਮੱਦੇਨਜ਼ਰ ਪ੍ਰਬੰਧ ਕੀਤੇ ਹੋਏ ਸਨ। ਇਸ ਕੈਦੀ ਦੀ ਜਦੋਂ ਵੀ ਕੋਵਿਡ-19 ਲਈ ਜਾਂਚ ਕੀਤੀ ਗਈ ਤਾਂ ਟੈਸਟ ਦੇ ਨਤੀਜੇ ਪੋਜ਼ਿਟਿਵ ਆਏ ਸਨ। ਇਸ ਉਪਰੰਤ ਹੋਰ 30 ਦੇ ਕਰੀਬ ਕੈਦੀਆਂ ਦੇ ਕੋਵਿਡ-19 ਲਈ ਪੋਜ਼ਿਟਿਵ ਟੈਸਟ ਕੀਤੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਵਿੱਚ 2 ਕੈਦੀ ਵਾਇਰਸ ਦੇ ਲੱਛਣ ਦਿਖਾ ਰਹੇ ਸਨ। ਇਹਨਾਂ ਨਤੀਜਿਆਂ ਕਰਕੇ ਜੇਲ੍ਹ ਅਧਿਕਾਰੀਆਂ ਨੇ ਤੁਰੰਤ ਪ੍ਰੋਟੋਕਾਲ ਲਾਗੂ ਕੀਤੇ, ਜਿਸ ਵਿੱਚ ਸੰਪਰਕ ਟ੍ਰੇਸਿੰਗ, ਟੈਸਟਿੰਗ, ਕੁਆਰੰਟਾਈਨ ਅਤੇ ਸਵੱਛਤਾ ਸ਼ਾਮਲ ਹੈ। ਇਸ ਦੇ ਨਾਲ ਹੀ ਸਾਰੇ ਕਰੋਨਾ ਪ੍ਰਭਾਵਿਤ ਕੈਦੀਆਂ ਨੂੰ ਪ੍ਰੋਟੋਕਾਲ ਦੇ ਅਨੁਸਾਰ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ। ਕੈਲੀਫੋਰਨੀਆ 'ਚ ਨੇਵੀ ਦੁਆਰਾ ਇੱਕ ਹਾਦਸਾਗ੍ਰਸਤ ਹੋਏ ਹੈਲੀਕਾਪਟਰ ਦੇ ਮਲਬੇ ਨੂੰ ਮਨੁੱਖੀ ਲਾਸ਼ਾਂ ਸਮੇਤ ਬਰਾਮਦ ਕੀਤਾ ਗਿਆ। ਇਸ ਸੰਬੰਧੀ ਨੇਵੀ ਏਅਰ ਫੋਰਸਿਸ ਪਬਲਿਕ ਅਫੇਅਰਸ ਦਫ਼ਤਰ ਨੇ ਮੰਗਲਵਾਰ ਨੂੰ ਦੱਸਿਆ ਕਿ ਨੇਵੀ ਨੇ ਅਗਸਤ ਵਿੱਚ ਸਾਨ ਡਿਏਗੋ ਦੇ ਤੱਟ ਤੇ ਹਾਦਸਾਗ੍ਰਸਤ ਹੋਏ ਇੱਕ ਹੈਲੀਕਾਪਟਰ ਦਾ ਮਲਬਾ ਬਰਾਮਦ ਕੀਤਾ ਅਤੇ ਇਸ ਵਿੱਚ 5 ਮਨੁੱਖੀ ਲਾਸ਼ਾਂ ਵੀ ਬਰਾਮਦ ਕੀਤੀਆਂ ਗਈਆਂ ਹਨ। ਇਹਨਾਂ ਲਾਸ਼ਾਂ ਦੀ ਅਧਿਕਾਰਤ ਪਛਾਣ ਕਰਨ ਲਈ ਇਹਨਾਂ ਨੂੰ ਡੋਵਰ 에ਅਰ ਫੋਰਸ ਬੇਸ ਵਿੱਚ ਭੇਜਿਆ ਗਿਆ। ਨੇਵੀ ਦੀ ਸਿਸਟਮ ਕਮਾਂਡ ਦੇ ਸੁਪਰਵਾਈਜ਼ਰ ਆਫ ਸੈਲਵੇਜ ਐਂਡ ਡਾਈਵਿੰਗ ਦੀ ਇੱਕ ਟੀਮ ਨੇ 8 ਅਕਤੂਬਰ ਨੂੰ ਸਾਨ ਡਿਏਗੋ ਦੇ ਤੱਟ ਤੋਂ ਇੱਕ ਮਲਬੇ ਨੂੰ ਬਰਾਮਦ ਕੀਤਾ। ਨੇਵੀ ਦੇ ਅਨੁਸਾਰ 31 ਅਗਸਤ ਨੂੰ MH-60 SC ਹਾਕ ਹੈਲੀਕਾਪਟਰ 에ਅਰਕ੍ਰਾਫਟ ਕੈਰੀਅਰ USS ਅਬਰਾਹਮ ਲਿੰਕਨ ਤੋਂ ਨਿਯਮਤ ਉਡਾਣ ਭਰ ਰਿਹਾ ਸੀ, ਜਿਸ ਦੌਰਾਨ ਇਹ ਕ੍ਰੈਸ਼ ਹੋ ਗਿਆ। ਹੈਲੀਕਾਪਟਰ ਸਾਨ ਡਿਏਗੋ ਦੇ ਤੱਟ ਤੋਂ ਲਗਭਗ 60 ਨਾਟਿਕਲ ਮੀਲ ਦੂਰ ਪ੍ਰਸ਼ਾਂਤ ਮਹਾਸਾਗਰ 'ਚ ਕ੍ਰੈਸ਼ ਹੋਇਆ ਸੀ। ਇਸ ਹਾਦਸੇ ਦੌਰਾਨ ਚਾਲਕ ਦਲ ਦੇ ਇੱਕ ਮੈਂਬਰ ਨੂੰ ਬਚਾਇਆ ਗਿਆ, ਜਦਕਿ 5 ਲਾਪਤਾ ਹੋ ਗਏ। ਇਸ ਤੋਂ ਇਲਾਵਾ ਕੈਰੀਅਰ ਦੇ ਡੈਕ ਤੇ 5 ਹੋਰ ਸੇਲਰ ਜ਼ਖਮੀ ਵੀ ਹੋ ਗਏ ਸਨ। ਨੇਵੀ ਅਤੇ ਕੋਸਟ ਗਾਰਡਾਂ ਨੇ ਹਾਦਸੇ ਦੇ ਤੁਰੰਤ ਬਾਅਦ ਤਲਾਸ਼ੀ ਅਤੇ ਬਚਾਅ ਕਾਰਜ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਸਤੰਬਰ ਵਿੱਚ ਜਲ ਸੈਨਾ ਨੇ ਉਹਨਾਂ 5 ਸੈਲਰਾਂ ਦੀ ਪਛਾਣ ਕੀਤੀ ਹੈ ਜੋ ਹਾਦਸੇ ਵਿੱਚ ਮਾਰੇ ਗਏ ਸਨ। ਅਧਿਕਾਰੀਆਂ ਦੁਆਰਾ ਇਸ ਜਾਨਲੇਵਾ ਘਟਨਾ ਦੀ ਜਾਂਚ ਅਜੇ ਜਾਰੀ ਹੈ। म्यांमार ਵਿੱਚ ਫੌਜ ਤੇ ਬਾਗੀ ਗੁੱਟਾਂ ਵਿਚਾਲੇ ਸਾਗੈਂਗ ਖੇਤਰ 'ਚ ਹੋਏ ਖੂਨੀ ਸੰਘਰਸ਼ ਵਿੱਚ ਘੱਟੋ-ਘੱਟ 30 ਜੁੰਟਾ ਫੌਜੀਆਂ ਦੀ ਮੌਤ ਹੋ ਗਈ। ਬਾਗੀ ਗੁੱਟਾਂ ਪੀਪਲਜ਼ ਡਿਫੈਂਸ ਫੋਰਸ ਦੇ ਇੱਕ ਮੈਂਬਰ ਦੇ ਹਵਾਲੇ ਤੋਂ ਰੇਡੀਓ ਫ੍ਰੀ ਏਸ਼ੀਆ ਨੇ ਕਿਹਾ ਕਿ ਸੰਘਰਸ਼ ਉਸ ਸਮੇਂ ਹੋਇਆ ਜਦੋਂ ਜੁੰਟਾ ਫੌਜੀਆਂ ਨੇ ਇਲਾਕੇ ਨੂੰ ਖਾਲੀ ਕਰਵਾਉਣ ਲਈ ਮੁਹਿੰਮ ਸ਼ੁਰੂ ਕੀਤੀ। PDF ਦੇ ਬੁਲਾਰੇ ਦੇ ਮੁਖਬਰ ਨੇ ਕਿਹਾ ਕਿ ਫੌਜ ਦੇ ਇੱਕ ਕਾਫਲੇ ਨੂੰ ਸੋਮਵਾਰ ਨੂੰ ਸਵੇਰੇ ਪਾਲੇ ਸ਼ਹਿਰ ਦੇ ਬਾਹਰ ਲੈਂਡਮਾਈਨਸ ਜ਼ਰੀਏ ਨਿਸ਼ਾਨਾ ਬਣਾਇਆ ਗਿਆ। ਇਸ ਨਾਲ ਕਾਫਲੇ ਵਿੱਚ ਸ਼ਾਮਲ ਕਮਾਂਡਰ ਸਮੇਤ ਘੱਟੋ-ਘੱਟ 30 ਫੌਜੀਆਂ ਦੀ ਮੌਤ ਹੋਈ। ਅਸੀਂ ਫੌਜ ਦੇ ਕਾਫਲੇ ਦਾ ਐਤਵਾਰ ਤੋਂ ਹੀ ਇੰਤਜ਼ਾਰ ਕਰ ਰਹੇ ਸੀ ਕਿਉਂਕਿ ਅਸੀਂ ਸੁਣਿਆ ਸੀ ਕਿ ਉਸ ਵਿੱਚ ਇੱਕ ਸੀਨੀਅਰ ਕਮਾਂਡਰ ਵੀ ਆ ਰਿਹਾ। म्यांमार ਵਿੱਚ 1 ਫਰਵਰੀ ਤੋਂ ਹੀ ਉਥਲ-ਪੁਥਲ ਮਚੀ ਹੋਈ ਹੈ ਜਦੋਂ ਫੌਜ ਦੇ ਸੀਨੀਅਰ ਜਨਰਲ ਮਿਨ ਆਂਗ ਹੈਲਾਂਗ ਨੇ ਚੁਣੀ ਹੋਈ ਸਰਕਾਰ ਦਾ ਤਖਤਾ ਪਲਟਦੇ ਹੋਏ ਦੇਸ਼ ਵਿੱਚ 1 ਸਾਲੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਸੀ। ਇਸ ਖਿਲਾਫ ਲੋਕ ਸੜਕਾਂ ਤੇ ਉਤਰ ਆਏ ਸਨ ਤੇ ਵਿਰੋਧ ਨੇ ਬਾਅਦ ਵਿੱਚ ਹਿੰਸਕ ਰੂਪ ਲੈ ਲਿਆ ਸੀ। ਅਸਿਸਟੈਂਟ ਐਸੋਸੀਏਸ਼ਨ ਫਾਰ ਪੋਲੀਟੀਕਲ ਪ੍ਰਿਜ਼ਨਰਸ ਦੇ ਅੰਕੜਿਆਂ ਮੁਤਾਬਕ ਤਖਤਾ ਪਲਟ ਤੋਂ ਬਾਅਦ ਦੇ 8 ਮਹੀਨਿਆਂ ਤੋਂ ਜ਼ਿਆਦਾ ਸਮੇਂ 'ਚ म्यांमार ਵਿੱਚ ਫੌਜੀ ਦਸਤਿਆਂ ਨੇ ਘੱਟੋ-ਘੱਟ 7219 ਲੋਕਾਂ ਨੂੰ ਗ੍ਰਿਫਤਾਰ ਕੀਤਾ ਤੇ 1167 ਦੀ ਹੱਤਿਆ ਕਰ ਦਿੱਤੀ ਹੈ। ਹਾਲ ਦੇ ਦਿਨਾਂ ਵਿੱਚ म्यांमार ਦੀ ਫੌਜ ਦੇ ਬਾਗੀ ਗੁੱਟਾਂ ਦਰਮਿਆਨ ਸੰਘਰਸ਼ ਵਿੱਚ ਤੇਜ਼ੀ ਆਈ ਹੈ। ਕੈਨੇਡਾ ਦੀ ਬ੍ਰੈਂਪਟਨ ਪੁਲਿਸ ਨੇ ਡਿਕਸੀ ਅਤੇ ਰੌਪਟਨ ਵਾਲੇ ਪਲਾਜ਼ੇ ਵਿੱਚ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਵਿਅਕਤੀ ਦੀ ਪਛਾਣ ਇੱਕ 36 ਸਾਲਾ ਪੰਜਾਬੀ ਮੂਲ ਦੇ ਅਮਨਜੋਤ ਬੈਸ ਵਜੋਂ ਹੋਈ ਹੈ, ਜੋ ਮੰਗਲਵਾਰ ਨੂੰ ਬ੍ਰੈਂਪਟਨ ਵਿੱਚ ਸਵੇਰੇ ਤੜਕੇ ਹੋਈ ਗੋਲਾਬਾਰੀ ਵਿੱਚ ਮਾਰਿਆ ਗਿਆ। ਜਦੋਂ ਕਿ ਪੁਲਿਸ ਨੇ ਜਨਤਕ ਸਹਾਇਤਾ ਨਾਲ ਉਸ ਦੀ ਪਛਾਣ ਕੀਤੀ ਅਤੇ ਉੱਥੋਂ ਦੇ ਪੰਜਾਬੀ ਮੂਲ ਦੇ ਲੋਕਾਂ ਨਾਲ ਸੰਪਰਕ ਕਰਕੇ ਕਾਤਲ ਦੀ ਭਾਲ ਕਰਕੇ ਉਸ ਦੇ ਕਤਲ ਦੀ ਜਾਂਚ ਕਰ ਰਹੇ ਹਨ ਅਤੇ ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਗੋਲਾਬਾਰੀ ਦੀ ਸੂਚਨਾ ਸਵੇਰੇ 12:54 ਤੇ ਉਹਨਾਂ ਨੂੰ ਦਿੱਤੀ ਗਈ ਸੀ। ਮਰਨ ਵਾਲੇ 36 ਸਾਲਾ ਅਮਨਜੋਤ ਬੈਂਸ ਦੀ ਪਛਾਣ ਪੀੜਤ ਵਜੋਂ ਹੋਈ ਹੈ। ਇਸ ਘਟਨਾ ਨਿਗਰਾਨੀ ਵੀਡੀਓ ਦਾ ਡੈਸ਼ ਕੈਮ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਨੂੰ ਵੀ ਇਸ ਕਤਲ ਬਾਰੇ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨੂੰ 9054532121 ਤੇ ਗੁਪਤ ਸੂਚਨਾ ਦੇ ਸਕਦਾ ਹੈ। ਫਾਈਜ਼ਰ ਅਤੇ ਮੋਡਰਨਾ ਦੀ ਮੰਗ ਦੇ ਕਾਰਨ ਐਸਟਰਾਜ਼ੈਨੇਕਾ ਕੋਵਿਡ-19 ਟੀਕਾ ਹੁਣ ਆਸਟ੍ਰੇਲੀਆ ਵਿੱਚ ਨਹੀਂ ਬਣਾਇਆ ਜਾਏਗਾ। ਥੈਰੇਪਿਊਟਿਕ ਗੁੱਡਜ਼ ਐਡਮਿਨਿਸਟ੍ਰੇਸ਼ਨ ਦੁਆਰਾ ਮਨਜ਼ੂਰਸ਼ੁਦਾ ਹੋਣ ਦੇ ਬਾਵਜੂਦ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਟੀਕੇ ਦੀ ਬਹੁਤ ਆਲੋਚਨਾ ਹੋਈ। ਇੱਕ ਪੜਾਅ ਤੇ ਕੁਇਨਜ਼ਲੈਂਡ ਦੀ ਮੁੱਖ ਸਿਹਤ ਅਧਿਕਾਰੀ ਜੀਨੇਟ ਯੰਗ ਨੇ
40 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਐਸਟਰਾਜ਼ੈਨੇਕਾ ਟੀਕਾ ਨਾ ਲੈਣ ਲਈ ਕਿਹਾ। ਹਾਲਾਂਕਿ ਇਸ ਨੂੰ ATA-AGI ਦੁਆਰਾ ਵਰਤੋਂ ਲਈ ਮਨਜ਼ੂਰ ਕੀਤਾ ਗਿਆ। ਇਹ ਟੀਕਾ ਬਾਇਓਟੈਕਨੋਲੋਜੀ ਕੰਪਨੀ CSL ਦੁਆਰਾ ਬਣਾਇਆ ਗਿਆ ਹੈ। ਇੱਕ ਵਾਰ ਜਦੋਂ ਉਹ ਮੌਜੂਦਾ ਆਦੇਸ਼ ਨੂੰ ਪੂਰਾ ਕਰ ਲੈਂਦੇ ਨੇ ਤਾਂ ਇਹ ਉਤਪਾਦਨ ਬੰਦ ਕਰ ਦੇਗਾ ਅਤੇ ਫੈਡਰਲ ਸਰਕਾਰ ਦੁਆਰਾ ਇਕਰਾਰਨਾਮਾ ਵਧਾਉਣ ਦੀ ਸੰਭਾਵਨਾ ਨਹੀਂ ਹੈ। CSL ਦੇ ਚੇਅਰਮੈਨ ਨੇ ਨਿਵੇਸ਼ਕਾਂ ਨੂੰ ਕਿਹਾ, ਇਸ ਟੀਕੇ ਦੀ ਆਲੋਚਨਾ ਦੇ ਬਾਵਜੂਦ ਅਸੀਂ ਇਸ ਗੱਲ ਤੇ ਮਾਣ ਨਹੀਂ ਕਰ ਸਕਦੇ ਕਿ ਐਸਟਰਾਜ਼ੈਨੇਕਾ ਟੀਕੇ ਨੇ ਲੱਖਾਂ ਆਸਟ੍ਰੇਲੀਆਈ ਲੋਕਾਂ ਨੂੰ ਸੁਰੱਖਿਆ ਦਿੱਤੀ ਹੈ। ਕੁਇਨਜ਼ਲੈਂਡ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਪਾਲ ਗ੍ਰਿਫਿਨ ਨੇ 9 ਨਿਊਜ਼ ਨੂੰ ਦੱਸਿਆ, ਸਪਸ਼ਟ ਹੈ ਕਿ ਅਸੀਂ ਅਜਿਹੀ ਚੀਜ਼ ਦਾ ਨਿਰਮਾਣ ਨਹੀਂ ਕਰਨਾ ਚਾਹੁੰਦੇ ਜਿਸ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਅਤੇ ਸਾਡੇ ਕੋਲ ਭਵਿੱਖ ਵਿੱਚ ਬਹੁਤ ਸਾਰੇ ਵਿਕਲਪ ਹੋਣਗੇ। ਉਹਨਾਂ ਮੁਤਾਬਕ ਇਸ ਨੂੰ ਬਹੁਤ ਸਾਰੇ ਨਕਾਰਾਤਮਕ ਵੋਟ ਮਿਲੇ ਅਤੇ ਇਹ ਇੱਕ ਅਜਿਹਾ ਟੀਕਾ ਹੈ ਜੋ ਬਹੁਤ ਪ੍ਰਭਾਵਸ਼ਾਲੀ ਅਤੇ ਬਹੁਤ ਸੁਰੱਖਿਆ ਸਾਬਤ ਹੋਇਆ ਹੈ। ਦੁਨੀਆ ਭਰ ਵਿੱਚ ਮਸ਼ਹੂਰ ਲੰਡਨ ਦਾ ਨਵੇਂ ਸਾਲ ਦਾ ਆਤਿਸ਼ਬਾਜ਼ੀ ਪ੍ਰਦਰਸ਼ਨ ਕੋਰੋਨਾ ਵਾਇਰਸ ਤੋਂ ਸੁਰੱਖਿਆ ਦੇ ਮੱਦੇਨਜ਼ਰ ਲਗਾਤਾਰ ਦੂਜੀ ਵਾਰ ਇਸ ਸਾਲ ਵੀ ਰੱਦ ਕੀਤਾ ਗਿਆ। ਇਸ ਵਾਰ ਵੀ ਨਵੇਂ ਸਾਲ ਦੀ ਸ਼ਾਮ ਨੂੰ ਲੰਡਨ ਵਿੱਚ ਥੇਮਸ ਤੇ ਆਤਿਸ਼ਬਾਜ਼ੀ ਦਾ ਸ਼ਾਨਦਾਰ ਪ੍ਰਦਰਸ਼ਨ ਨਹੀਂ ਹੋਏਗਾ। ਇਹ ਸਮਾਗਮ ਲਗਾਤਾਰ ਦੂਜੇ ਸਾਲ ਲਈ ਰੱਦ ਹੋਇਆ, ਪਰ ਇਸ ਦੀ ਜਗ੍ਹਾ ਟ੍ਰਾਫਾਲਗਰ ਸਕੁਏਅਰ ਵਿੱਚ ਇੱਕ ਵੱਖਰੀ ਪਾਰਟੀ ਰੱਖਣ ਦੀ ਯੋਜਨਾ ਬਣ ਸਕਦੀ ਹੈ। ਲੰਡਨ ਦੇ ਮੇਅਰ ਸਾਦਕ ਖਾਨ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਾਲ ਵੀ ਹਮੇਸ਼ਾ ਵਾਂਗ ਲੰਡਨ ਨਵੇਂ ਸਾਲ ਦਾ ਸ਼ਾਨਦਾਰ ਢੰਗ ਨਾਲ ਸਵਾਗਤ ਕਰੇਗਾ, ਪਰ ਕੋਵਿਡ-19 ਮਹਾਮਾਰੀ ਕਾਰਨ ਪੈਦਾ ਹੋਈ ਅਨਿਸ਼ਚਿਤਤਾ ਦੇ ਕਾਰਨ ਵਿਸ਼ਵ ਪ੍ਰਸਿੱਧ ਨਵੇਂ ਸਾਲ ਦੀ ਸ਼ਾਮ ਦਾ ਆਤਿਸ਼ਬਾਜ਼ੀ ਪ੍ਰਦਰਸ਼ਨ ਇਸ ਸਾਲ ਥੇਮਸ ਨਦੀ ਦੇ ਕਿਨਾਰਿਆਂ ਤੇ ਨਹੀਂ ਹੋਏਗਾ। ਪਿਛਲੇ ਸਾਲ ਨਵੇਂ ਸਾਲ ਦੀ ਸ਼ਾਮ ਵਾਇਰਸ ਦੀ ਦੂਜੀ ਲਹਿਰ ਦੇ ਵਿਚਕਾਰ ਹੋਈ ਸੀ ਅਤੇ ਉਸ ਸਮੇਂ ਸਾਰੇ ਸਮਾਗਮਾਂ ਨੂੰ ਰੱਦ ਕਰ ਦਿੱਤਾ ਗਿਆ ਸੀ ਅਤੇ ਲੋਕਾਂ ਨੂੰ 2021 ਦੀ ਸ਼ੁਰੂਆਤ ਸਿਰਫ ਉਹਨਾਂ ਦੋਸਤਾਂ ਜਾਂ ਪਰਿਵਾਰਾਂ ਨਾਲ ਮਨਾਉਣ ਦੀ ਅਪੀਲ ਕੀਤੀ ਗਈ ਜਿਨ੍ਹਾਂ ਨਾਲ ਉਹ ਪਹਿਲਾਂ ਹੀ ਰਹਿੰਦੇ ਸਨ। ਦੁਨੀਆ ਭਰ ਵਿੱਚ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਜਾ ਰਹੀ ਕਿਸੇ ਵੀ ਸਮੱਗਰੀ ਦੀ ਨਿਗਰਾਨੀ ਨੂੰ ਲਾਜ਼ਮੀ ਨਹੀਂ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਸਾਰੇ ਦੇਸ਼ਾਂ ਨੂੰ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪਏਗਾ। ਜੇਕਰ ਫੇਸਬੁੱਕ ਦੀ ਹੀ ਗੱਲ ਕੀਤੀ ਜਾਏ ਤਾਂ ਮੌਜੂਦਾ ਸਮੇਂ ਵਿੱਚ ਸਮੱਸਿਆਵਾਂ ਦਰਸਾਉਂਦੀਆਂ ਨੇ ਕਿ ਵੱਖ-ਵੱਖ ਟੀਚਿਆਂ ਵਿੱਚ ਡਿਜ਼ਾਈਨ ਕੀਤੇ ਗਏ ਕਾਰੋਬਾਰੀ ਮਾਡਲ ਅਤੇ ਕਾਰਪੋਰੇਟ ਸੰਸਕ੍ਰਿਤੀਆਂ ਤੇ ਸਮਾਜਿਕ ਜ਼ਿੰਮੇਵਾਰੀ ਅਤੇ ਨੈਤਿਕ ਵਿਚਾਰਾਂ ਨੂੰ ਵਾਪਸ ਲੈਣਾ ਕਿੰਨਾ ਔਖਾ ਹੈ। ਜੇਕਰ ਤੁਸੀਂ ਅੱਜ ਇੱਕ ਸਟਾਰਟਅਪ ਦਾ ਨਿਰਮਾਣ ਕਰ ਰਹੇ ਹੋ ਤਾਂ ਤੁਸੀਂ ਨਿੰਦਕ ਉਦਯੋਗ ਦੇ ਮਾਹਿਰਾਂ ਤੇ ਘੱਟ ਧਿਆਨ ਦੇ ਰਹੇ ਹੋ ਜੋ ਤੁਹਾਨੂੰ ਆਦਰਸ਼ਵਾਦੀ ਉਤਪਾਦਾਂ ਨੂੰ ਅਣਦੇਖਿਆ ਕਰਨ ਅਤੇ ਪੈਸੇ ਦਾ ਪਿੱਛਾ ਕਰਨ ਲਈ ਕਹਿਣਗੇ। ਇੱਥੇ ਕੰਪਨੀਆਂ ਆਪਣੇ ਉਤਪਾਦਾਂ ਦੇ ਉਪਯੋਗ ਕਾਰਨ ਹੋਣ ਵਾਲੀਆਂ ਸਮਾਜਿਕ ਬੁਰਾਈਆਂ ਲਈ ਜਵਾਬਦੇਹ ਹਨ। ਹਾਲ ਹੀ ਵਿੱਚ ਮੀਡੀਆ ਨੂੰ ਅੰਦਰੂਨੀ ਕੰਪਨੀ ਦੇ ਦਸਤਾਵੇਜ਼ ਜਾਰੀ ਕਰਨ ਵਾਲੇ ਇੱਕ ਵਿਸਲਬਲੋਅਰ ਫ੍ਰਾਂਸਿਸ ਹੋਗੇਨ ਮੁਤਾਬਕ ਫੇਸਬੁੱਕ ਕੋਲ ਦੁਨੀਆ ਭਰ ਵਿੱਚ ਆਪਣੇ 2.5 ਅਰਬ ਖਪਤਕਾਰਾਂ ਵੱਲੋਂ ਪੋਸਟ ਕੀਤੀ ਗਈ ਸਮੱਗਰੀ ਤੇ ਨਜ਼ਰ ਰੱਖਣ ਵਾਲੇ ਲਗਭਗ 40,000 ਮੁਲਾਜ਼ਮ ਨੇ ਜਾਂ ਲਗਭਗ 70,000 ਦਾ ਅਨੁਪਾਤ ਹੈ। ਪੰਜਾਬ ਸੂਬੇ ਵਿੱਚ 3.5 ਲੱਖ ਤੋਂ ਵੱਧ ਬਿਜਲੀ ਕਨੈਕਸ਼ਨ ਕੋਇਲ ਦੀ ਕਮੀ ਦੇ ਕਰਕੇ ਕੱਟਾਂ ਦੀ ਚਪੇਟ ਵਿੱਚ ਆਏ ਨੇ। ਪਾਵਰਕਾਮ ਨੇ ਲੋਡ ਸ਼ੈਡਿੰਗ ਦਾ ਪਲਾਨ ਤਿਆਰ ਕੀਤਾ ਜਿਸ ਦੇ ਤਹਿਤ ਸਾਰੇ ਜ਼ਿਲ੍ਹਿਆਂ ਨੂੰ ਅਲੱਗ-ਅਲੱਗ ਗਰੁੱਪਾਂ ਵਿੱਚ ਵੰਡਿਆ ਗਿਆ। ਪਿਛਲੇ 13 ਦਿਨਾਂ ਦੀ ਗੱਲ ਕਰੀਏ ਤਾਂ ਪਾਵਰਕਾਮ ਨੇ ਬਿਜਲੀ ਦੀ ਖਰੀਦ ਤੇ 311 ਕਰੋੜ ਰੁਪਏ ਦਾ ਖਰਚਾ ਕਰਕੇ ਬਿਜਲੀ ਖਰੀਦੀ ਹੈ। ਪਿਛਲੇ 13 ਦਿਨਾਂ 'ਚ ਸਭ ਤੋਂ ਵੱਧ ਬਿਜਲੀ 12 ਅਕਤੂਬਰ ਨੂੰ ਖਰੀਦੀ ਗਈ ਜਦਕਿ 13 ਅਕਤੂਬਰ ਨੂੰ 30 ਕਰੋੜ ਮਿਲੀਅਨ ਯੂਨਿਟ ਬਿਜਲੀ ਖਰੀਦੀ ਗਈ। ਜਾਣਕਾਰੀ ਮੁਤਾਬਕ 12 ਅਕਤੂਬਰ ਨੂੰ ਮੰਗ 10,000 ਮੈਗਾਵਾਟ ਦੇ ਕਰੀਬ ਰਹੀ ਤੇ 13 ਅਕਤੂਬਰ ਨੂੰ 7,000 ਦੇ ਕਰੀਬ ਹੋ ਗਈ। ਦੱਸ ਦਈਏ ਕਿ ਪੰਜਾਬ ਵਿੱਚ ਦਿਨ ਵੇਲੇ ਬਿਜਲੀ ਦੀ ਮੰਗ 9,479 ਮੈਗਾਵਾਟ ਦਰਜ ਕੀਤੀ ਗਈ। ਇਸ ਵਧੀ ਹੋਈ ਮੰਗ ਨੂੰ ਪੂਰਾ ਕਰਨ ਲਈ ਢੁਕਵੇਂ ਪ੍ਰਬੰਧ ਨਾ ਹੋਣ ਕਾਰਨ ਪਾਵਰਕਾਮ ਨੂੰ ਪਿਛਲੇ 13 ਦਿਨਾਂ 'ਚੋਂ ਬਾਹਰੋਂ 5110 ਮੈਗਾਵਾਟ ਬਿਜਲੀ ਖਰੀਦਣੀ ਪਈ। ਮੰਗਲਵਾਰ ਨੂੰ ਪਾਵਰਕਾਮ ਨੂੰ ਆਪਣੇ ਥਰਮਲਾਂ ਤੋਂ 998 ਮੈਗਾਵਾਟ, ਹਾਈਡਲਾਂ ਤੋਂ 314 ਮੈਗਾਵਾਟ, ਸੋਲਰ ਪ੍ਰੋਜੈਕਟਾਂ ਤੋਂ 73 ਮੈਗਾਵਾਟ ਅਤੇ ਪ੍ਰਾਈਵੇਟ ਥਰਮਲਾਂ ਤੋਂ 2483 ਮੈਗਾਵਾਟ ਬਿਜਲੀ ਪ੍ਰਾਪਤ ਹੋਈ। ਇਸੇ ਤਰ੍ਹਾਂ ਪਾਵਰਕਾਮ ਨੇ 3868 ਮੈਗਾਵਾਟ ਬਿਜਲੀ ਪੈਦਾ ਕੀਤੀ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨੂ ਦੀ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੀਡੀਆ ਟੀਵੀ ਜ਼ਰੂਰ ਸਬਸਕ੍ਰਾਈਬ ਕਰਨਾ। ਸਤਿ ਸ਼੍ਰੀ ਅਕਾਲ।